विद्यार्थियों अज दा रेडियो क्लास रूम प्रोग्राम लैके हाजिर हाँ। अज इस प्रोग्राम विच 10वीं क्लास के विद्यार्थी साइंस विषय दे पाठ मनुखी अख अते रंग बिरंगा संसार बारे जानकारी हासिल करनगे ते जानकारी देणगे अध्यापका डॉक्टर सोनिया चाहल। सुनने वाले सारिਆਂ ਨੂੰ सत श्री अकाल। ਤਾਂ बहुत ही प्यारे बच्चों, मैं डॉक्टर सोनिया चहल, साइंस मिनिस्टर सरकारी कन्या सीनियर सैकेंडरी स्कूल सनौर, जिला पटियाला। ਅੱਜ ਤੁਹਾਡੇ ਸਾਰਿਆਂ ਦੇ ਲਈ ਸਾਡੇ ਸਰੀਰ ਦੇ ਇੱਕ ਬਹੁਤ ਹੀ ਕੀਮਤੀ ਤੇ ਸੰਵੇਦਨਸ਼ੀਲ ਗਿਆਨ ਇੰਦਰੀ, ਸਮਝ ਗਏ ਨਾ ਕਿਹਦੀ ਗੱਲ ਕਰ ਰਹੀ ਆ? ਅੱਖ ਤੇ ਉਸ ਨਾਲ ਸੰਬੰਧਿਤ ਰੋਗਾਂ ਬਾਰੇ ਜਾਣਕਾਰੀ ਲੈ ਕੇ ਆਈ ਆ ਤੇ ਨਾਲ ਹੀ ਬੱਚਿਓ ਆਪਾਂ ਇਸ ਰੰਗ ਬਰੰਗੇ ਸੰਸਾਰ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਰੌਚਿਕ ਤੇ ਵਿਗਿਆਨਿਕ ਗੱਲਾਂ ਕਰਾਂਗੇ। ਤਾਂ ਸ਼ੁਰੂ ਕਰਦੇ ਆ ਬੱਚੋ। ਵੀ ਇੱਕ ਆਮ ਜੀ ਤਾਂ ਤੁਸੀਂ ਕਹਾਵਤ ਸੁਣੀ ਹੋਣੀ ਹੈ, ਕਹਿੰਦੇ ਅੱਖਾਂ ਗਈਆਂ ਤਾਂ ਜਹਾਨ ਗਿਆ। ਤਾਂ ਇਸ ਰੰਗ ਬਰੰਗੇ ਸੰਸਾਰ ਨੂੰ ਵੇਖਣ ਯੋਗ ਬਣਾਉਣ ਵਾਲੀ ਅੱਖ ਦੀ ਬਣਤਰ ਬਾਰੇ ਜਾਣਕਾਰੀ ਕਰੀਏ ਸ਼ੁਰੂ। ਚਲੋ ਜੀ, ਦੇਖੋ ਜਿਹੜੀ ਅੱਖ ਹੈ ਨਾ, ਇਹ ਅਸਲ ਵਿੱਚ ਇੱਕ ਕੈਮਰੇ ਦੀ ਤਰ੍ਹਾਂ ਕੰਮ ਕਰਦੀ ਹੈ। ਜਿਹੜਾ ਪ੍ਰਕਾਸ਼ ਹੈ ਉਹ ਅੱਖ ਵਿੱਚ ਇੱਕ ਪਤਲੀ ਜਿਹੀ ਲੀਡ ਜਿਹਨੂੰ ਕਾਰਨੀਆ ਕਹਿੰਦੇ ਆ, ਉਹਦੇ ਵਿੱਚੋਂ ਹੋ ਕੇ ਅੱਖ ਵਿੱਚ ਪ੍ਰਵੇਸ਼ ਕਰਦਾ ਹੈ। ਤੇ ਕਾਰਨੀਆ ਦੇ ਪਿੱਛੇ ਵੀ ਇੱਕ ਰਚਨਾ ਹੁੰਦੀ ਹੈ, ਉਸ ਰਚਨਾ ਨੂੰ ਬੱਚੋ ਕਹਿੰਦੇ ਨੇ ਆਇਰਸ। ਇਹ ਆਇਰਸ ਜਿਹੜੀ ਹੈਗੀ ਹੈ ਇਹ ਪੁਤਲੀ ਦੀ ਆਕਾਰ ਨੂੰ, ਇਹ ਪੁਤਲੀ ਹੈ ਨਾ ਜਿਹੜੀ, ਉਸ ਦੇ ਆਕਾਰ ਨੂੰ ਰੈਗੂਲੇਟ ਤੇ ਕੰਟਰੋਲ ਕਰਦੀ ਹੈ। ਤੇ ਪੁਤਲੀ ਯਾਨੀ ਕਿ ਪਿਊਪਲ ਇਹ ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ। ਤਾਂ ਹੁਣ ਸਮਝ ਗਏ ਹੋਣਗੇ the function of iris is to control and regulate the amount of light entering the eye by adjusting the size of the pupil। ਹੁਣ ਅੱਗੇ ਬੱਚਿਓ ਅੱਖ ਵਿੱਚ ਇੱਕ ਲੈਂਜ ਵੀ ਹੁੰਦਾ, ਤੁਹਾਨੂੰ ਪਤਾ ਹੋਣਾ ਵੀ ਕਿਹੜਾ ਲੈਂਜ ਹੁੰਦਾ। ਜੇ ਨਹੀਂ ਪਤਾ ਤਾਂ ਚਲੋ ਮੈਂ ਦੱਸ ਦਿੰਨੀ ਆ, ਉੱਤਰ ਲੈਂਜ, ਤੇ ਇਹਨੂੰ ਆਪਾਂ ਡਬਲ ਕਨਵੈਕਸ ਲੈਂਸ ਵੀ ਕਹਿੰਦੇ ਆ। ਇਹ ਜਿਹੜਾ ਲੈਂਜ ਹੈਗਾ ਇਹ ਪੁਤਲੀ ਦੇ ਪਿਛਲੇ ਪਾਸੇ ਹੁੰਦਾ ਤੇ ਇਹ ਲੈਂਜ ਕਿਸੇ ਵੀ ਵਸਤੂ ਦਾ ਉਲਟਾ ਤੇ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ। ਪ੍ਰਤੀਬਿੰਬ ਕਿੱਥੇ ਬਣਾਉਂਦਾ? ਰੈਟੀਨਾ ਤੇ। ਰੈਟੀਨਾ ਇੱਕ ਕੋਮਲ ਝਿੱਲੀ ਹੈ ਜਿਹਦੇ ਵਿੱਚ ਬਹੁਤ ਸਾਰੇ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਸੈੱਲ ਹੁੰਦੇ ਨੇ। ਹੁਣ ਆਪਾਂ ਜੇ ਇਹਨੂੰ ਇੰਗਲਿਸ਼ ਕਹਿਣਾ ਹੋਵੇ ਕਿਵੇਂ ਕਵਾਂਗੇ ਕਿ ਰੈਟੀਨਾ ਇਜ਼ ਅ ਡੈਲੀਕੇਟ ਮੈਮਬ੍ਰੇਨ ਹੈਵਿੰਗ ਨੰਬਰ ਆਫ ਲਾਈਟ ਸੈਂਸਿਟਿਵ ਸੈਲਸ ਇਨ the form of rods and cones. Rod type cells respond to intensity of light and cone type cells respond to the colors of the light। ਤੇ ਹੁਣ ਇਹ ਜਿਹੜੇ ਸੈੱਲ ਨੇ ਇਹ ਪ੍ਰਦੀਪਤ ਹੋਣ ਤੇ ਕਿਰਿਆਸ਼ੀਲ ਹੋ ਜਾਂਦੇ ਨੇ ਤੇ ਬਿਜਲਈ ਸੰਕੇਤ ਉਤਪੰਨ ਕਰਦੇ ਨੇ। ਤੇ ਜਿਹੜੀ ਆਪਣੀ ਆਪਟੀਕਲ ਨਰਵਸ ਹੈ ਨਾ, ਯਾਨੀ ਪ੍ਰਕਾਸ਼ ਨਾੜੀਆਂ, ਉਹ ਇਹਨਾਂ ਸੰਕੇਤਾਂ ਨੂੰ ਦਿਮਾਗ ਤੱਕ ਪਹੁੰਚਾ ਦਿੰਦੀਆਂ ਤੇ ਫਿਰ ਦਿਮਾਗ ਇਹਨਾਂ ਸੰਕੇਤਾਂ ਦਾ ਅਨੁਵਾਦ ਕਰਦਾ ਹੈ। ਅਨੁਵਾਦ ਕਰਕੇ ਫਿਰ ਸੂਚਨਾ ਅੱਗੇ ਭੇਜੀ ਜਾਂਦੀ ਹੈ। ਫਿਰ ਆਪਾਂ ਵਸਤਾਂ ਵੇਖ ਪਾਉਂਦੇ ਆ ਤੇ ਬਿਲਕੁਲ ਹੂਬਹੂ ਉਹੋ ਜਿਹੀਆਂ ਹੀ ਜਿਹੋ ਜਿਹੀ ਵਸਤੂ ਨਜ਼ਰ ਆਉਂਦੀ ਹੁੰਦੀ ਹੈ, ਆਪਾਂ ਬਿਲਕੁਲ ਉਵੇਂ ਦੀ ਦੇਖ ਸਕਦੇ ਹਾਂ। ਹੁਣ ਮੈਨੂੰ ਪਤਾ ਵੀ ਤੁਹਾਡੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੋਣਾ ਵੀ ਇਹ ਨੇਤਰ ਲੈਂਜ ਕਿਸ ਚੀਜ਼ ਦਾ ਬਣਿਆ ਹੁੰਦਾ ਹੈ, ਹਨਾ? ਤਾਂ ਬੱਚਿਓ ਇਹ ਜਿਹੜਾ ਨੇਤਰ ਲੈਂਜ ਹੈ ਇਹ ਰੇਸ਼ੇਦਾਰ ਜੈਲੀ ਵਰਗੇ ਪਦਾਰਥ ਦਾ ਬਣਿਆ ਹੁੰਦਾ ਹੈ। ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਵਾਂ ਵੀ the focal length and the converging power of the eye lens is not fixed। ਇਸ ਦੀ ਵਕਰਤਾ ਨੂੰ ਕੁਝ ਹੱਦ ਤੱਕ ਸੀਲੀਅਰ ਪੇਸ਼ੀਆਂ ਦੁਆਰਾ ਪਰਿਵਰਤਨ ਕੀਤਾ ਜਾ ਸਕਦਾ ਹੈ। ਇੱਥੇ ਇੱਕ ਗੱਲ ਹੋਰ ਕਲੀਅਰ ਕਰਨੀ ਬਣਦੀ ਹੈ ਕਿ ਜੇ ਤੁਹਾਨੂੰ ਪੇਪਰਾਂ 'ਚ ਸਵਾਲ ਪੁੱਛਿਆ ਜਾਏ ਵੀ ਅੱਖ ਦੀ ਅਨੁਕੂਲਨ ਸਮਰੱਥਾ ਤੋਂ ਕੀ ਭਾਵ ਹੈ, ਤਾਂ ਇੱਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਨੇਤਰ ਲੈਂਜ ਦੀ ਉਹ ਸਮਰੱਥਾ ਹੈ ਜਿਹਦੇ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਵਿਵਸਥਿਤ ਕਰ ਲੈਂਦਾ ਹੈ। ਤੇ ਇੱਕ ਗੱਲ ਹੋਰ, ਇਸ ਨੇਤਰ ਲੈਂਜ ਨੂੰ ਸੀਲੀਅਰ ਪੱਠਿਆਂ ਨੇ ਜਕੜ ਕੇ ਰੱਖਿਆ ਹੁੰਦਾ। ਹੁਣ ਤੁਸੀਂ ਤੁਹਾਡੇ ਕੋਲ ਜਿਹੜੀ ਵੀ ਕੋਈ ਕਾਪੀ ਜਾਂ ਕਿਤਾਬ ਪਈ ਹੈ ਉਸਨੂੰ ਫੜ ਕੇ ਦੇਖੋ, ਉਹਨੂੰ ਆਪਦੀ ਅੱਖ ਦੇ ਕਾਪੀ ਜਾਂ ਕਿਤਾਬ ਜਿਹਤੇ ਕੁਝ ਵੀ ਲਿਖਿਆ ਹੋਇਆ ਨਾ ਉਹਨੂੰ ਆਪਣੀ ਅੱਖ ਦੇ ਨੇੜੇ ਲੈ ਕੇ ਜਾਓ। ਨੇੜੇ ਲੈ ਗਏ ਹੋ, ਹੁਣ ਉਹਨੂੰ ਪੜ੍ਹਨ ਦਾ ਯਤਨ ਕਰੋ। ਦੇਖੋ ਤੁਹਾਨੂੰ ਧੁੰਦਲਾ ਨਜ਼ਰ ਆ ਰਿਹਾ ਹੋਣਾ ਤੇ ਅੱਖਾਂ ਤੇ ਵੀ ਥੋੜਾ ਸਟੇਨ ਪੈ ਰਿਹਾ ਹੋਣਾ, ਤਣਾਅ ਜਾਂ ਲੱਗ ਰਿਹਾ ਹੋਣਾ ਤੁਹਾਨੂੰ। ਹੁਣ ਇਹ ਗੱਲ ਤੁਸੀਂ ਇੱਥੇ ਸਮਝ ਗਏ ਹੋਵੋਗੇ ਵੀ ਇਹ ਕਿਉਂ ਹੈ। ਇਹਦਾ ਕਾਰਨ ਇਹ ਹੈ ਵੀ ਜਿਹੜੀ ਨੇਤਰ ਲੈਂਸ ਦੀ ਫੋਕਸ ਦੂਰੀ ਹੈ ਉਹ ਇੱਕ ਨਿਸ਼ਚਿਤ ਸੀਮਾ ਤੋਂ ਘੱਟ ਨਹੀਂ ਹੁੰਦੀ। ਆਪਾਂ ਨੂੰ ਸਪਸ਼ਟ ਵੇਖਣ ਲਈ, ਹੁਣ ਵਸਤੂ ਆਪਣੇ ਕੋਲੇ ਤਾਂ ਕਾਪੀ ਕਿਤਾਬ ਹੀ ਸੀ ਨਾ, ਆਪਾਂ ਨੂੰ ਸਪਸ਼ਟ ਵੇਖਣ ਲਈ ਘੱਟੋ ਘੱਟ 25 ਸੈਂਟੀਮੀਟਰ ਜਿਹੜੀ ਚੀਜ਼ ਹੈ ਉਸਨੂੰ ਰੱਖਣਾ ਚਾਹੀਦਾ ਹੈ।
ਤੇ ਇਹ ਸਾਡੀ ਅੱਖ ਦਾ ਜਿਹੜਾ ਹੈਗਾ ਨੀਅਰ ਪੁਆਇੰਟ ਚ ਆਪਾਂ ਇਹਨੂੰ ਨਿਕਟ ਬਿੰਦੂ ਹੈ ਉਹ ਕਹਿੰਦੇ ਆ 25 ਸੈਂਟੀਮੀਟਰ। ਤੇ ਹੁਣ ਕਈ ਬੱਚੇ ਐਵੇਂ ਵੀ ਸੋਚ ਰਹੇ ਹੋਣੇ ਆ ਵੀ ਜੇ ਕੋਈ ਨਿਕਟ ਬਿੰਦੂ ਹੈ ਤਾਂ ਫਿਰ ਕੋਈ ਦੂਰ ਬਿੰਦੂ ਵੀ ਹੋਊਗਾ। ਤਾਂ ਹਾਂ ਬੱਚੋ ਬਿਲਕੁਲ ਠੀਕ ਸੋਚ ਰਹੇ ਹੋ। ਤੇ ਇਹ ਦੂਰ ਬਿੰਦੂ ਵੀ ਹੈ ਤੇ ਇਹ ਜਿਹੜਾ ਹੈਗਾ ਇਹਦੀ ਕੋਈ ਜਿਹੜੀ ਲੈਂਥ ਹੈ ਇਹ ਫਿਕਸ ਨਹੀਂ ਹੈ, ਇਹ ਅਨੰਤ ਹੈ। ਤੇ ਹੁਣ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਵੀ ਸੁਣਾਉਣੀ ਹੈ ਵੀ ਤੁਸੀਂ ਕਦੇ ਸੋਚਿਆ ਵੀ ਆਪਣੀਆਂ ਦੋ ਅੱਖਾਂ ਹੀ ਕਿਉਂ ਨੇ, ਉਹ ਵੀ ਦੋਨੋਂ ਅੱਖਾਂ ਆਪਣੇ ਮੱਥੇ ਦੇ ਬਿਲਕੁਲ ਹੇਠਾਂ। ਸੋਚੋ ਵੀ ਪੈ ਗਏ ਨਾ ਸੋਚਾਂ। ਚਲੋ ਮੈਂ ਹੀ ਤੁਹਾਨੂੰ ਦੱਸ ਦਿੰਦੀ ਆ ਵੀ ਦੋ ਅੱਖਾਂ ਹੋਣ ਦੇ ਬੜੇ ਲਾਭ ਹੈ। ਇੱਕ ਤਾਂ ਇਹ ਵੀ ਇਹਦੇ ਨਾਲ ਸਾਡਾ ਦ੍ਰਿਸ਼ਟੀ ਖੇਤਰ ਨਾ ਬਹੁਤ ਵੱਧ ਜਾਂਦਾ ਹੈ। ਇਹ ਉਸ ਤਰ੍ਹਾਂ ਵੀ ਜੇ ਇੱਕ ਅੱਖ ਹੈ ਤਾਂ ਜਿਹੜਾ ਖਤੀਜ ਦ੍ਰਿਸ਼ਟੀ ਖੇਤਰ ਹੈ ਉਹ 150 ਡਿਗਰੀ ਹੁੰਦਾ ਹੈ ਤੇ ਜੇ ਦੋ ਅੱਖਾਂ ਹੋਣ ਤਾਂ 180 ਡਿਗਰੀ। ਵਧੀਆ ਨਾ, ਕਿੱਥੇ 150 ਤੇ ਕਿੱਥੇ 180 ਡਿਗਰੀ। ਤੇ ਇੱਕ ਗੱਲ ਹੋਰ ਵੀ, ਦੋਵੇਂ ਅੱਖਾਂ ਮੱਥੇ ਦੇ ਹੇਠਾਂ ਬਿਲਕੁਲ ਸਾਹਮਣੇ ਵਾਲੀ ਸਥਿਤੀ 'ਚ ਹੁੰਦੀਆਂ ਨੇ। ਤੇ ਇਸ ਦਾ ਵੀ ਬੱਚੋ ਇੱਕ ਲਾਭ ਹੈ ਵੀ ਕੁਦਰਤ ਨੇ ਜਿਨ੍ਹਾਂ ਨੇ ਆਪਾਂ ਨੂੰ ਰਚਿਆ ਨਾ ਉਹਨੇ ਬੜਾ ਸੋਚ ਸਮਝ ਕੇ ਰਚਿਆ ਹੈ। ਇਹਦੇ ਨਾਲ ਆਪਾਂ ਨੂੰ 3 ਡਾਇਮੈਂਸ਼ਨਲ ਦ੍ਰਿਸ਼ਟੀ ਦਾ ਲਾਭ ਮਿਲਦਾ ਹੈ। ਹੁਣ ਇੱਕ ਅੱਖ ਬੰਦ ਕਰਕੇ ਦੇਖੋ ਸਾਰੇ ਬੱਚੇ ਦੇਖੋ, ਸੰਸਾਰ ਜਿਹੜਾ ਹੈਗਾ ਤੁਹਾਨੂੰ ਨਾ ਆਸੇ ਪਾਸੇ ਵਸਤੂਆਂ ਤੁਹਾਨੂੰ ਚਪਟੀਆਂ ਲੱਗਣਗੀਆਂ। ਤਾਂ ਬੱਚੋ ਇਹ ਤੁਹਾਨੂੰ ਅੱਖ ਬਾਰੇ ਤੇ ਦੱਸਿਆ ਮੈਂ ਤੁਹਾਨੂੰ। ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ ਵੀ ਬਹੁਤਿਆਂ ਦੇ ਨਾ ਐਨਕਾਂ ਲੱਗੀਆਂ ਹੁੰਦੀਆਂ, ਤੁਹਾਡੇ ਜੋ ਵੀ ਕਈਆਂ ਦੇ ਲੱਗੀਆਂ ਹੋਣੀਆਂ। ਤੰਗ ਕਰਦੇ ਹੋ ਨਾ ਮੰਮੀ ਨੂੰ, ਸਬਜ਼ੀਆਂ ਤਾਂ ਖਾਂਦੇ ਨਹੀਂ ਹੈ। ਚਲੋ ਅੱਜ ਇਸ ਦਾ ਤੁਹਾਨੂੰ ਅੰਦਰੂਨੀ ਕਾਰਨ ਦੱਸਦੇ ਹਾਂ ਵੀ ਇਹ ਐਨਕਾਂ ਕਿਉਂ ਲੱਗਦੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਹਾਂ ਉਹ ਆਪਾਂ ਗੱਲ ਕਰਦੇ ਹਾਂ ਮਾਇਓਪੀਆ ਦੀ, ਜਾਨੀ ਕਿ ਨਿਕਟ ਦ੍ਰਿਸ਼ਟੀ ਦੋਸ਼। ਬਹੁਤੇ ਬੱਚੇ ਨਾ ਇਹਦੇ ਨਾਮ ਤੋਂ ਹੀ ਅਰਥ ਕੱਢ ਲੈਂਦੇ ਆ ਵੀ ਨਿਕਟ ਦ੍ਰਿਸ਼ਟੀ ਦੋਸ਼ ਕੀ ਹੋਊਗਾ, ਵੀ ਨਿਕਟ ਦੀ ਦ੍ਰਿਸ਼ਟੀ ਖਰਾਬ ਹੋਣੀ ਹੈ। ਪਰ ਬੱਚੋ ਐਵੇਂ ਦੀ ਗੱਲ ਨਹੀਂ ਹੈ, ਗੱਲ ਨੂੰ ਧਿਆਨ ਨਾਲ ਸਮਝੋ। ਜਿਹੜਾ ਆਪਣਾ ਮਾਇਓਪੀਆ ਹੈ, ਨਿਕਟ ਦ੍ਰਿਸ਼ਟੀ ਦੋਸ਼ ਹੈ, ਇਹਦੇ ਵਿੱਚ ਨੇੜੇ ਦੀ ਨਿਗਾਹ ਬਿਲਕੁਲ ਠੀਕ ਹੁੰਦੀ ਹੈ। ਬੰਦੇ ਨੂੰ ਨੇੜੇ ਦੀਆਂ ਚੀਜ਼ਾਂ ਬਿਲਕੁਲ ਫਸਟ ਕਲਾਸ ਨਜ਼ਰ ਆਉਂਦੀਆਂ। ਪਰ ਜਿਹੜੀ ਦੂਰ ਦੀ ਨਿਗਾਹ ਹੁੰਦੀ ਹੈ ਨਾ ਉਹ ਹੁੰਦੀ ਹੈ ਖਰਾਬ। ਹੁਣ ਨਿਕਟ ਦ੍ਰਿਸ਼ਟੀ ਦੋਸ਼ ਇਹਨੂੰ ਇਸ ਲਈ ਕਹਿੰਦੇ ਨੇ ਕਿਉਂਕਿ ਦੂਰ ਰੱਖੀ ਜਿਹੜੀ ਵਸਤੂ ਹੈ ਉਹਦਾ ਪ੍ਰਤੀਬਿੰਬ ਬਣਨਾ ਤਾਂ ਚਾਹੀਦਾ ਸੀ ਰਟੀਨਾ ਤੇ, ਉਹ ਰਟੀਨਾ ਤੋਂ ਨਾ ਬਣ ਕੇ ਰਟੀਨਾ ਦੇ ਬਿਲਕੁਲ ਸਾਹਮਣੇ ਬਣ ਜਾਂਦਾ। ਅੱਗੇ ਬਣ ਗਿਆ ਨਾ, ਨੇੜੇ ਬਣ ਗਿਆ, ਤਾਂ ਨਿਕਟ ਦ੍ਰਿਸ਼ਟੀ ਰੋਗ। ਹੁਣ ਇਹਦੇ ਕਾਰਨ ਦੋ ਹੋ ਸਕਦੇ ਨੇ। ਪਹਿਲਾ ਕਾਰਨ ਕੀ ਹੈ? ਪਹਿਲਾ ਤਾਂ ਇਹ ਹੈ ਇਨਕਰੀਜ਼ ਇਨ ਦਾ ਲੈਂਥ ਆਫ ਆਈਬॉल, ਜਿਸ ਕਾਰਨ ਰਟੀਨਾ ਤੇ ਆਈ ਲੈਂਸ ਦੀ ਦੂਰੀ ਜਿਹੜੀ ਹੈਗੀ ਹੈ ਉਹ ਵੱਧ ਜਾਂਦੀ ਹੈ। ਤੇ ਜੇ ਹੁਣ ਇਹ ਪਹਿਲਾ ਕਾਰਨ ਹੈ ਤਾਂ ਦੂਸਰਾ ਕਾਰਨ ਵੀ ਇਹਦਾ ਹੋ ਸਕਦਾ ਹੈ। ਦੂਸਰਾ ਕਾਰਨ ਇਹ ਹੈ ਵੀ ਫੋਕਸ ਦੂਰੀ ਘਟ ਗਈ। ਫੋਕਸ ਦੂਰੀ ਘਟਣ ਦੇ ਨਾਲ ਜਿਹੜਾ ਪ੍ਰਤੀਬਿੰਬ ਸੀਗਾ ਉਹ ਰਟੀਨਾ ਦੇ ਅੱਗੇ ਆ ਕੇ ਬਣ ਗਿਆ। ਤਾਂ ਹੁਣ ਜਦੋਂ ਇਸ ਦੋਸ਼ ਨੂੰ ਆਪਾਂ ਠੀਕ ਕਰਨਾ ਹੈ ਤਾਂ ਆਪਾਂ ਡਾਕਟਰ ਕੋਲੇ ਜਾਂਦੇ ਹਾਂ ਤਾਂ ਡਾਕਟਰ ਆਪਾਂ ਨੂੰ ਜਿਹੜੀਆਂ ਐਨਕਾਂ ਲਾਉਂਦਾ ਨਾ ਬੇਟੇ ਉਹ ਕਨਕੇਵ ਲੈਂਸ ਦੀਆਂ ਲਾਉਂਦਾ, ਅਵਤਲ ਲੈਂਸ ਦੀਆਂ। ਠੀਕ ਹੈ। ਤੇ ਜਦੋਂ ਆਪਾਂ ਅਵਤਲ ਲੈਂਸ ਦੀਆਂ ਐਨਕਾਂ ਲਗਾ ਲੈਂਦੇ ਆ ਤਾਂ ਫਿਰ ਮੁੜ ਕੇ ਜਿਹੜਾ ਪ੍ਰਤੀਬਿੰਬ ਹੈਗਾ ਉਹ ਰਟੀਨਾ ਤੇ ਬਣਨ ਲੱਗ ਜਾਂਦਾ ਤੇ ਆਪਾਂ ਨੂੰ ਜਿਹੜੀਆਂ ਅਵਸਥਾ ਹੈਗੀਆਂ ਨੇ ਉਹ ਸਪਸ਼ਟ ਦਿਖਾਈ ਦੇਣ ਲੱਗ ਜਾਂਦੀਆਂ। ਤਾਂ ਹੁਣ ਆਪਾਂ ਅਗਲੇ ਰੋਗ ਦੀ ਗੱਲ ਕਰਦੇ ਹਾਂ। ਹੁਣ ਅਗਲਾ ਰੋਗ ਜਿਹੜਾ ਹੈਗਾ ਉਹ ਹੈਗਾ ਹਾਈਪਰਮੈਟ੍ਰੋਪੀਆ, ਜਾਨੀ ਦੂਰ ਦ੍ਰਿਸ਼ਟੀ ਦੋਸ਼। ਹੁਣ ਤੁਸੀਂ ਪਹਿਲੇ ਰੋਗ ਤੋਂ ਕਾਫੀ ਕੁਝ ਸਮਝ ਗਏ ਹੋਵੋਗੇ, ਇਹ ਰੋਗ ਤੁਹਾਨੂੰ ਹੁਣ ਸਮਝਣਾ ਸੌਖਾ ਹੋ ਜਾਊਗਾ। ਇਸ ਵਿੱਚ ਵਿਅਕਤੀ ਦੀ ਦੂਰ ਦੀ ਨਿਗਾਹ ਤਾਂ ਬਿਲਕੁਲ ਠੀਕ ਹੋਏਗੀ ਪਰ ਉਹਦੀ ਨੇੜੇ ਦੀ ਨਿਗਾਹ ਖਰਾਬ ਹੋਏਗੀ। ਹੁਣ ਤੁਸੀਂ ਦੇਖਿਆ ਹੋਣਾ ਕਈ ਤੁਹਾਡੇ ਅਧਿਆਪਕ ਵੀ ਹੈ, ਹੁਣ ਤਾਂ ਉਹ ਐਨਕ ਨਹੀਂ ਲਾਉਂਦੇ ਪਰ ਜਦੋਂ ਤੁਹਾਨੂੰ ਪੜ੍ਹਾਉਂਦੇ ਆ ਤੁਹਾਡੀਆਂ ਕਾਪੀਆਂ ਚੈੱਕ ਕਰਦੇ ਆ ਉਦੋਂ ਐਨਕਾਂ ਲਾਉਂਦੇ ਆ। ਕਿਉਂਕਿ ਉਹਨਾਂ ਦੀ ਨੇੜੇ ਦੀ ਨਿਗਾਹ ਖਰਾਬ ਹੈ ਤੇ ਉਹਨਾਂ ਨੂੰ ਦੋਸ਼ ਕਿਹੜਾ ਹੈਗਾ? ਦੂਰ ਦ੍ਰਿਸ਼ਟੀ ਦੋਸ਼। ਅਜਿਹੇ ਦੋਸ਼ ਦੇ ਵਿੱਚ ਬੱਚੋ ਕੀ ਹੁੰਦਾ ਹੈ ਵੀ ਜਿਹੜਾ ਨਿਕਟ ਬਿੰਦੂ ਹੈ ਨਾ ਉਹ 25 ਸੈਂਟੀਮੀਟਰ ਤੋਂ ਦੂਰ ਹਟ ਜਾਂਦਾ ਹੈ ਤੇ ਵਿਅਕਤੀ ਨੂੰ ਸਪਸ਼ਟ ਪੜ੍ਹਨ ਦੀ ਜਿਹੜੀ ਸਮੱਗਰੀ ਹੈਗੀ ਹੈ ਉਹ 25 ਸੈਂਟੀਮੀਟਰ ਤੋਂ ਜ਼ਿਆਦਾ ਦੂਰੀ ਤੇ ਰੱਖਣੀ ਪੈਂਦੀ ਹੈ। ਜੇ 25 ਸੈਂਟੀਮੀਟਰ ਤੇ ਹੀ ਰੱਖਦੇ ਆ ਉਹਨਾਂ ਨੂੰ ਦਿਸਦੀ ਨਹੀਂ ਚੀਜ਼, ਜੇ 25 ਸੈਂਟੀਮੀਟਰ ਤੋਂ ਪਰੇ ਜੇ ਕਿਤੇ ਦੂਰ ਜਾ ਕੇ ਰੱਖਦੇ ਆ ਤਾਂ ਉਹਨਾਂ ਨੂੰ ਦਿਸਦੀ ਹੈ। ਹੁਣ ਇਹਦਾ ਕਾਰਨ ਕੀ ਹੈ? ਕਿਉਂਕਿ ਇੱਥੇ ਪ੍ਰਤੀਬਿੰਬ ਜਿਹੜਾ ਹੈਗਾ ਉਹ ਰਟੀਨਾ ਦੇ ਪਿੱਛੇ ਜਾ ਕੇ ਬਣ ਗਿਆ। ਹੁਣ ਜਿਹੜਾ ਪ੍ਰਤੀਬਿੰਬ ਹੈ ਉਹ ਰਟੀਨਾ ਦੇ ਪਿੱਛੇ ਜਾ ਕੇ ਕਿਉਂ ਬਣਿਆ? ਇਹਦੇ ਵੀ ਕਾਰਨ ਹੋਣਗੇ। ਤਾਂ ਪਹਿਲਾ ਤਾਂ ਇਹ ਹੈ ਕਿ ਡਿਕਰੀਜ਼ ਇਨ ਲੈਂਥ ਆਫ ਦਾ ਆਈਬॉल, ਭਾਵ ਡੇਲਾ ਜਿਹੜਾ ਹੈਗਾ ਉਹ ਛੋਟਾ ਹੋ ਗਿਆ। ਸੈਕੰਡਲੀ ਇਨਕਰੀਜ਼ ਇਨ ਦਾ ਫੋਕਲ ਲੈਂਥ ਆਫ ਦਾ ਆਈ ਲੈਂਸ,
ਜਿਹੜਾ ਸਾਡਾ ਨੀਤਰ ਲੈਂਜ ਹੈ ਉਹਦੀ ਜਿਹੜੀ ਫੋਕਸ ਦੂਰੀ ਹੈਗੀ ਹੈ ਉਹ ਵੱਧ ਗਈ। ਤੇ ਹੁਣ ਇਹਨੂੰ ਠੀਕ ਕਰਨ ਦੇ ਲਈ ਆਪਾਂ ਕਿਹਦੇ ਕੋਲੇ ਜਾਵਾਂਗੇ? ਫਿਰ ਡਾਕਟਰ ਕੋਲੇ ਜਾਵਾਂਗੇ। ਡਾਕਟਰ ਆਪਣੀ ਨਿਗਾਹ ਚੈੱਕ ਕਰੂਗਾ ਮਸ਼ੀਨ ਲਗਾ ਕੇ, ਤੇ ਫਿਰ ਉਸਨੂੰ ਪਤਾ ਲੱਗੇਗਾ ਵੀ ਕਿੰਨੀ ਆਪਾਂ ਨੂੰ ਆਪਣੀ ਨਿਗਾਹ ਖਰਾਬ ਹੈ, ਤਾਂ ਫਿਰ ਉਹ ਆਪਾਂ ਨੂੰ ਉੱਤਰ ਲੈਂਜ ਦੀਆਂ ਐਨਕਾਂ ਲਾਉਣਗੇ। ਉੱਤਰ ਲੈਂਜ ਤੋਂ ਭਾਵ ਤੁਸੀਂ ਸਮਝਦੇ ਹੋ ਨਾ, ਉੱਤਰ ਲੈਂਜ ਤੋਂ ਭਾਵ ਹੈਗਾ ਕਨਵੈਕਸ ਲੈਂਜ। ਤਾਂ ਇੱਕ ਵਿਦਿਆਰਥੀ ਤੁਸੀਂ ਹੋਰ ਵੀ ਖਿਆਲ ਕੀਤਾ ਹੋਣਾ, ਘਰ ਵਿੱਚ ਆਪਣੇ ਸਾਰਿਆਂ ਦੇ ਦਾਦਾ ਦਾਦੀ ਨਾਨਾ ਨਾਨੀ ਹੋਰ ਬਜ਼ੁਰਗ ਵੀ ਹੁੰਦੇ ਆ, ਵੀ ਉਮਰ ਦੇ ਵਧਣ ਦੇ ਨਾਲ ਅੱਖ ਦੀ ਅਨੁਕੂਲਨ ਸਮਰੱਥਾ ਜਿਹੜੀ ਹੈਗੀ ਹੈ ਉਹ ਘਟ ਜਾਂਦੀ ਹੈ। ਇਸੇ ਕਰਕੇ ਸਾਡੇ ਬਜ਼ੁਰਗਾਂ ਦੇ ਨਾ ਬਹੁਤ ਸਾਰਿਆਂ ਦੇ ਐਨਕਾਂ ਲੱਗੀਆਂ ਹੁੰਦੀਆਂ ਨੇ। ਇਹਦਾ ਕਾਰਨ ਇਹ ਹੈ ਕਿ ਜਿਹੜੀਆਂ ਸੀਲੀਅਰ ਪੇਸ਼ੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ, ਤੇ ਜਿਹੜਾ ਆਈ ਲੈਂਸ ਹੈ ਉਹ ਆਪਣੀ ਫਲੈਕਸੀਬਿਲਿਟੀ ਜਿਹੜੀ ਹੈਗੀ ਆ ਉਹ ਖੋ ਦਿੰਦਾ ਹੈ, ਤੇ ਇਸ ਨੂੰ ਆਪਾਂ ਕਹਿੰਦੇ ਆ ਜਰਾ ਦੂਰ ਦ੍ਰਿਸ਼ਟਤਾ, ਓਲਡ ਸਾਈਟ। ਹੁਣ ਇਹ ਦੋਸ਼ ਕਦੇ ਕਦੇ ਕਿਸੇ ਵਿਅਕਤੀ ਦੀਆਂ ਅੱਖਾਂ 'ਚ ਦੋਵੇਂ ਵੀ ਹੋ ਸਕਦੇ ਨੇ, ਨਿਕਟ ਦ੍ਰਿਸ਼ਟੀ ਦੋਸ਼ ਵੀ ਹੋ ਸਕਦੇ ਨੇ ਤੇ ਦੂਰ ਦ੍ਰਿਸ਼ਟੀ ਵੀ ਦੋਸ਼ ਹੋ ਸਕਦੇ ਨੇ, ਤੇ ਇਸ ਲਈ ਫਿਰ ਉਸ ਨੂੰ ਬਾਈਫੋਕਲ ਲੈਂਸ ਦੀ ਲੋੜ ਪਏਗੀ। ਹੁਣ ਬਾਈਫੋਕਲ ਲੈਂਸ ਜਾਨੀ ਕਿ ਜਿਹੜਾ ਉਹਦਾ ਫੋਕਸੀ ਲੈਂਸ ਹੋਏਗਾ, ਜਿਹੜੀਆਂ ਉਹਦੀਆਂ ਐਨਕਾਂ ਹੋਣਗੀਆਂ ਉਹ 'ਚ ਅਵਤਲ ਵੀ ਲੱਗਿਆ ਹੋਏਗਾ ਲੈਂਸ ਤੇ ਉੱਤਰ ਲੈਂਸ ਵੀ ਲੱਗਿਆ ਹੋਏਗਾ, ਕਨਕੇਵ ਤੇ ਕਨਵੈਕਸ ਦੋਵੇਂ ਹੋਣਗੇ। ਤਾਂ ਬੱਚਿਓ ਹੁਣ ਦੇਖੋ ਵੀ ਐਨਕਾਂ ਲਾਣੀਆਂ ਵੀ ਨਾ ਬੱਚਿਓ ਬਹੁਤ ਔਖੀਆਂ ਨੇ। ਵੀ ਹੁਣ ਜਦੋਂ ਕਿਤੇ ਐਨਕ ਨਹੀਂ ਨਾ ਹੁੰਦੀ, ਜਿਨ੍ਹਾਂ ਦੀ ਨੇੜੇ ਦੀ ਨਿਗਾਹ ਖਰਾਬ ਹੈਗੀ ਹੈ, ਮੇਰੀ ਨੇੜੇ ਦੀ ਨਿਗਾਹ ਖਰਾਬ ਹੈ, ਜਦੋਂ ਐਨਕ ਨਹੀਂ ਹੁੰਦੀ ਤੇ ਕੋਈ ਕਹਿੰਦਾ ਵੀ ਆਹ ਪੜ੍ਹ ਕੇ ਦੱਸਿਓ, ਤਾਂ ਐਂ ਲੱਗਦਾ ਵੀ ਬਸ ਸਾਰੇ ਕਿਤੇ ਹਨੇਰਾ ਹਨੇਰਾ, ਅੱਖਰ ਨੱਚਦੇ ਨਜ਼ਰ ਆਉਂਦੇ ਆ। ਤਾਂ ਬੇਟੇ ਅੱਖਾਂ ਦਾ ਆਪਣੀਆਂ ਦਾ ਅੱਛੀ ਤਰ੍ਹਾਂ ਖਿਆਲ ਰੱਖਣਾ ਹੈ। ਕਦੇ ਤੁਸੀਂ ਇੱਕ ਤਾਂ ਤੇਜ਼ ਰੋਸ਼ਨੀ ਬੰਨੀ ਨਹੀਂ ਦੇਖਣਾ, ਲੇਟ ਕੇ ਨਹੀਂ ਪੜ੍ਹਨਾ, ਹਰੀਆਂ ਸਬਜ਼ੀਆਂ ਖਾਣੀਆਂ ਨੇ, ਠੀਕ ਹੈ। ਚਲਦੀ ਗੱਡੀ ਦੇ ਵਿੱਚ, ਕਾਰ ਦੇ ਵਿੱਚ ਨਹੀਂ ਪੜ੍ਹਨਾ ਚਾਹੀਦਾ, ਤੇ ਜੇ ਅੱਖ ਦੇ ਵਿੱਚ ਕੋਈ ਚੀਜ਼ ਪੈ ਜੇ ਨਾ ਤਾਂ ਉਸ ਦਾ ਵੀ ਖਿਆਲ ਰੱਖਣਾ ਚਾਹੀਦਾ। ਅੱਖ ਮਲਣੀ ਨਹੀਂ ਚਾਹੀਦੀ, ਤੁਰੰਤ ਡਾਕਟਰ ਦੀ ਸਹਾਇਤਾ ਲਓ ਜਾਂ ਅੱਖ 'ਚ ਪਾਣੀ ਦੇ ਛਿੱਟੇ ਮਾਰੋ। ਜੋ ਇਸ ਸਰਦੀਆਂ ਪਪੀਤਾ ਗਾਜਰ ਖੂਬ ਖਾਇਓ, ਦ੍ਰਿਸ਼ਟੀ ਦੋਸ਼ਾਂ ਨੂੰ ਦੂਰ ਭਜਾਇਓ, ਭੋਜਨ ਜੇ ਖਾਈਏ ਵਿਟਾਮਿਨ ਏ ਭਰਪੂਰ, ਦ੍ਰਿਸ਼ਟੀ ਦੋਸ਼ ਫੇਰ ਸਦਾ ਰਹਿੰਦੇ ਦੂਰ। ਚਲੋ ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਵਾਅਦਾ ਵੀ ਕੀਤਾ ਸੀ, ਉਹ ਕਿਹਾ ਸੀ ਕਿ ਆਪਾਂ ਹੋਰ ਵੀ ਰੌਚਕ ਗੱਲਾਂ ਕਰਾਂਗੇ। ਚਲੋ ਇਹ ਗੱਲ ਦੱਸਦੀ ਹਾਂ ਵੀ ਮੈਨੂੰ ਨਾ ਬਾਰਿਸ਼ ਬੜੀ ਪਸੰਦ ਹੈ, ਤੁਹਾਨੂੰ ਵੀ ਪਸੰਦ ਹੈ। ਵੀ ਬਾਰਿਸ਼ ਤਾਂ ਜਿਹੜੀ ਮੈਨੂੰ ਪਸੰਦ ਹੈ, ਅਸਲੀ ਗੱਲ ਤਾਂ ਇਹ ਹੈ ਕਿ ਬਾਰਿਸ਼ ਤੋਂ ਬਾਅਦ ਜਿਹੜੀ ਸਤਰੰਗੀ ਪੀਂਘ ਬਣਦੀ ਹੈ ਨਾ ਆਕਾਸ਼ ਦੇ ਵਿੱਚ, ਉਹ ਬੜੀ ਵਧੀਆ ਲੱਗਦੀ ਹੈ। ਕੁਦਰਤ ਦਾ ਇੱਕ ਸੁੰਦਰ ਨਜ਼ਾਰਾ, ਮਨ ਨੂੰ ਲੱਗਦਾ ਬੜਾ ਪਿਆਰਾ। ਤੇ ਤੁਹਾਨੂੰ ਪਤਾ ਹੈ ਵੀ ਅਜਿਹਾ ਕਿਉਂ ਹੁੰਦਾ? ਲਓ ਸੁਣੋ ਫਿਰ, ਆਹ ਵੀ ਗੱਲ ਸੁਣ ਲਓ ਵੀ ਜਿਹੜਾ ਆਹ ਪ੍ਰਕਾਸ਼ ਹੈ ਨਾ, ਜਿਹੜਾ ਆਪਾਂ ਨੂੰ ਸਫੇਦ ਨਜ਼ਰ ਆਉਂਦਾ ਹੈ, ਅਸਲ ਵਿੱਚ 7 ਰੰਗਾਂ ਦਾ ਸੁਮੇਲ ਹੈ। ਤੇ ਮੀਂਹ ਤੋਂ ਬਾਅਦ ਬਾਰਿਸ਼ ਦੀਆਂ ਕਈ ਬੂੰਦਾਂ ਨਾ ਵਾਯੂਮੰਡਲ ਦੇ ਵਿੱਚ ਲਟਕਦੀਆਂ ਹੀ ਰਹਿ ਜਾਂਦੀਆਂ ਨੇ, ਤੇ ਇਹ ਬੂੰਦਾਂ ਕਰਦੀਆਂ ਪ੍ਰਿਜ਼ਮ ਦਾ ਕੰਮ। ਹੁਣ ਪ੍ਰਿਜ਼ਮ ਦਾ ਦੇਖਿਆ ਹੋਣਾ ਤੁਸੀਂ, ਪ੍ਰਯੋਗਸ਼ਾਲਾ ਦੇ ਵਿੱਚ ਆਪਣਿਆਂ ਨੀਚ ਸਾਰਿਆਂ 'ਚ ਪ੍ਰਿਜ਼ਮ ਹੈ। ਚਲੋ ਜੇ ਕਿਸੇ ਨੇ ਨਹੀਂ ਵੀ ਦੇਖਿਆ ਤਾਂ ਉਹ ਹੁਣ ਜਦੋਂ ਸਕੂਲ ਖੁੱਲਣਗੇ, ਹਾਲਾਤ ਠੀਕ ਹੋਣਗੇ, ਤਾਂ ਉਹਨਾਂ ਨੇ ਆਪਣੀ ਲੈਬ 'ਚ ਜਾ ਕੇ ਜ਼ਰੂਰ ਦੇਖਣਾ। ਤੇ ਬੂੰਦਾਂ ਬੇਟੇ ਜਦੋਂ ਪ੍ਰਿਜ਼ਮ ਦਾ ਕੰਮ ਕਰਦੀਆਂ ਨੇ, ਤੇ ਪ੍ਰਕਾਸ਼ ਜਦੋਂ ਇਹਨਾਂ ਬੂੰਦਾਂ ਦੇ ਵਿੱਚੋਂ ਲੰਘਦਾ ਹੈ ਨਾ, ਉਹਦਾ ਵਿਖੇਪਣ ਹੋ ਜਾਂਦਾ ਹੈ, ਭਾਵ ਉਹ 7 ਰੰਗਾਂ 'ਚ ਟੁੱਟ ਜਾਂਦਾ ਹੈ। ਤੇ ਇਸ ਵਰਤਾਰੇ ਨੂੰ ਅਸੀਂ ਕਹਿੰਦੇ ਆ ਪ੍ਰਕਾਸ਼ ਦਾ ਵਰਨ ਵਿਖੇਪਣ। ਤੇ ਸਾਨੂੰ ਫਿਰ ਆਕਾਸ਼ ਦੇ ਵਿੱਚ 7 ਰੰਗੀ ਪੀਂਘ ਵਿਖਾਈ ਦਿੰਦੀ ਹੈ। ਤੇ 7 ਰੰਗ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਕਿਹੜੇ ਕਿਹੜੇ ਆ। ਦੇਖੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਪਹਿਲੇ ਨੰਬਰ ਤੇ ਵੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਨਾਰੰਗੀ, ਨਾਰੰਗੀ ਯਾਨੀ ਕਿ ਔਰੇਂਜ, ਤੇ ਲਾਲ। ਤੇ ਜੇ ਅਜਿਹਾ ਨਜ਼ਾਰਾ ਬੱਚਿਓ ਤੁਸੀਂ ਉਸ ਤਰ੍ਹਾਂ ਵੀ ਦੇਖਣਾ ਹੈ ਨਾ, ਤਾਂ ਉਹ ਵੀ ਦੇਖ ਸਕਦੇ ਹੋ। ਉਹ ਵੀ ਦੱਸਾਂ ਰਾਜ ਦੀ ਗੱਲ ਕਿਵੇਂ? ਵੀ ਸੂਰਜ ਵੱਲ ਨਹੀਂ ਤੁਹਾਡੀ ਪਿੱਠ ਹੋਵੇ, ਤੇ ਤੁਸੀਂ ਆਕਾਸ਼ ਦੇ ਵੱਲ ਧੁੱਪ ਵਾਲੇ ਦਿਨ ਪਾਣੀ ਦਾ ਫੁਆਰੇ ਮਾਰੇ ਹੋ, ਤੇ ਉਹ ਫੁਆਰੇ ਦੇ ਵਿੱਚੋਂ ਜਦੋਂ ਤੁਸੀਂ ਦੇਖੋਗੇ ਤਾਂ ਫਿਰ ਤੁਹਾਨੂੰ ਇੰਦਰ ਧਨੁਸ਼ ਜਿਹੜਾ ਹੈਗਾ ਉਹ ਦਿਖਾਈ ਦੇਗਾ। ਤੇ ਇਹ ਤੁਸੀਂ ਜ਼ਰੂਰ ਕਰਕੇ ਦੇਖਣਾ, ਹੈ ਤੁਹਾਡੀ ਐਕਟੀਵਿਟੀ ਵੀ ਹੈ। ਤੇ ਬੱਚਿਓ ਇਹਨੂੰ ਕਵਿਤਾ ਰੂਪ 'ਚ ਸੁਣਾਵਾਂ ਇਸ ਰੰਗਾਂ ਦੀ ਖੇਡ ਨੂੰ। ਕਹਿੰਦੇ ਆਓ ਸਤਰੰਗੀ ਪੀਂਘ ਦਿਖਾਵਾਂ, ਇੰਦਰ ਧਨੁਸ਼ ਨਾਲ ਦੋਸਤੀ ਕਰਾਵਾਂ, ਬਰਖਾ ਤੋਂ ਬਾਅਦ ਹੋਦ ਵਿੱਚ ਆਏ, ਆਕਾਸ਼ ਵਿੱਚ ਸੁੰਦਰ ਦ੍ਰਿਸ਼ ਦਿਖਾਏ, ਚਿੱਟੇ ਰੰਗ ਦਾ ਵਿਭਾਜਨ ਕਰਾਏ, ਸਾਬਣ ਦੇ ਬੁਲਬੁਲੇ ਵਰਣ ਵਿਖੇਪਣ ਦਿਖਾਏ। ਹੁਣ ਤੁਸੀਂ ਕਹੋਗੇ ਵੀ ਮੈਡਮ ਨੇ ਸਾਬਣ ਦੇ ਬੁਲਬੁਲੇ ਕਿੱਥੋਂ ਪਾ ਲਏ? ਲੋ ਛੋਟੇ ਹੁੰਦੇ ਦੇਖੋ ਆਪਾਂ ਕਿੰਨੀ ਗੇਮ ਖੇਲਦੇ ਹੁੰਦੇ ਸੀਗੇ। ਜਦੋਂ ਭਾਈ ਆਉਂਦਾ ਹੁੰਦਾ ਸੀਗਾ ਨਾ ਉਹ ਖਿਡੌਣੇ ਵੇਚਣ ਵਾਲਾ,
ਤਾਂ ਉਹਦੇ ਕੋਲੇ ਇੱਕ ਛੋਟਾ ਜਿਹਾ ਖਿਡੌਣਾ ਹੁੰਦਾ ਸੀ, ਆਪਾਂ ਉਹਦੇ ਵਿੱਚ ਸ਼ੈਂਪੂ ਪਾ ਕੇ ਜਦੋਂ ਫੂਕਾਂ ਮਾਰਦੇ ਹੁੰਦੇ ਸੀ ਤਾਂ ਬੁਲਬੁਲੇ ਉੱਡਦੇ ਹੁੰਦੇ ਸੀ। ਜਦੋਂ ਆਪਾਂ ਉਹਨਾਂ ਬੁਲਬੁਲਿਆਂ ਚੋਂ ਦੇਖਦੇ ਹੁੰਦੇ ਸੀ ਤਾਂ ਉਹਨਾਂ 'ਚ ਵੀ ਆਪਾਂ ਨੂੰ 7 ਰੰਗ ਜਿਹੜੇ ਸੀਗੇ ਉਹ ਦਿਖਾਈ ਦਿੰਦੇ ਸੀ। ਹੁਣ ਦੇਖੋ ਯਾਦ ਆ ਗਿਆ ਨਾ ਤੁਹਾਨੂੰ ਛੋਟੇ ਹੁੰਦਿਆਂ ਦਾ ਇਹ ਖੇਡ, ਹੈ ਨਾ ਮਜ਼ੇਦਾਰ ਇਹ ਖੇਡ ਵੀ। ਹਾਂ, ਤੇ ਇੱਕ ਹੋਰ ਨਵੀਂ ਗੱਲ ਦੱਸਣੀ ਹੈ ਬੱਚਿਓ ਵੀ ਪ੍ਰਕਾਸ਼ ਦੇ ਅਪਵਰਤਨ ਬਾਰੇ ਤੁਸੀਂ ਛੋਟੀਆਂ ਕਲਾਸਾਂ 'ਚ ਬਹੁਤ ਪੜ੍ਹਿਆ ਹਨਾ। ਹੁਣ ਪ੍ਰਕਾਸ਼ ਦਾ ਅਪਵਰਤਨ ਯਾਨੀ ਕਿ ਰਿਫਰੈਕਸ਼ਨ ਆਫ ਲਾਈਟ। ਚਲੋ ਜੇ ਤੁਸੀਂ ਥੋੜਾ ਜਿਹਾ ਭੁੱਲ ਗਏ ਹੋ ਤਾਂ ਮੈਂ ਤੁਹਾਡੀ ਰਿਵੀਜ਼ਨ ਕਰਾ ਦਿੰਦੀ ਆ ਵੀ ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਵਿੱਚ ਤਿਰਛਾ ਹੋ ਕੇ ਜਾਂਦਾ ਹੈ ਤਾਂ ਦੂਸਰੇ ਮਾਧਿਅਮ ਵਿੱਚ ਜਾ ਕੇ ਇਹਦੀ ਚੱਲਣ ਦੀ ਦਿਸ਼ਾ ਪਰਿਵਰਤਿਤ ਹੋ ਜਾਂਦੀ ਹੈ। ਤੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਕਹਾਂਗੇ ਵੀ ਰਿਫਰੈਕਸ਼ਨ ਆਫ ਲਾਈਟ ਇਜ਼ ਦਾ ਫਿਨੋਮੀਨਾ ਆਫ ਬੈਂਡਿੰਗ ਆਫ ਲਾਈਟ from its original path on entering another medium। ਹੁਣ ਦੇਖੋ ਬੱਚਿਓ ਆਪਣੀਆਂ ਡੇ ਟੂ ਡੇ ਆਬਜ਼ਰਵੇਸ਼ਨ ਨੂੰ ਨਾ ਧਿਆਨ 'ਚ ਰੱਖ ਕੇ ਪਹਿਲਾਂ ਆਪਾਂ ਪਰਿਵਰਤਨ ਨੂੰ ਸਮਝੀਏ। ਹੁਣ ਤੁਸੀਂ ਦੱਸੋ ਵੀ ਤੁਸੀਂ ਕਦੇ ਸਰੋਵਰ ਤੇ ਗਏ ਹੋ ਕਿਸੇ ਗੁਰਦੁਆਰੇ ਮੰਦਿਰ ਇਸ਼ਨਾਨ ਕਰਨ ਲਈ? ਉੱਥੇ ਆਪਾਂ ਜੇ ਧਿਆਨ ਨਾਲ ਦੇਖੋ ਤਾਂ ਲੋਕਾਂ ਨੇ ਨਾ ਸਰੋਵਰ ਦੇ ਵਿੱਚ ਕਿੰਨੇ ਸਿੱਕੇ ਗੇਰੇ ਹੁੰਦੇ ਆ। ਮਨਾ ਵੀ ਉਹ ਸਾਰੇ ਕਰਦੇ ਆ ਪਰ ਫਿਰ ਵੀ ਆਪਾਂ ਗੇਰ ਦਿੰਦੇ ਆ। ਤਾਂ ਕਈ ਬੱਚਿਆਂ ਨੂੰ ਐਂ ਲੱਗਦਾ ਵੀ ਆਪਾਂ ਹੱਥ ਪਾ ਕੇ ਨਾ ਇਹ ਸਿੱਕਿਆਂ ਨੂੰ ਚੱਕ ਲਈਏ ਤੇ ਆਪਾਂ ਨੂੰ ਐਂ ਲੱਗਦਾ ਵੀ ਤਾਂ ਨੇੜੇ ਜਿਹੀ ਆ ਵੀ ਆਪਾਂ ਇਹਨਾਂ ਨੂੰ ਚੱਕ ਲੈਣਾ। ਪਰ ਜਦੋਂ ਆਪਾਂ ਚੱਕਣ ਦੀ ਕੋਸ਼ਿਸ਼ ਕਰਦੇ ਆ ਨਾ ਤਾਂ ਚੱਕੇ ਨਹੀਂ ਆਉਂਦੇ, ਸਗੋਂ ਆਪਣੇ ਕਮੀਜ਼ ਦੀਆਂ ਬਾਹਾਂ ਵੀ ਗਿੱਲੀਆਂ ਹੋ ਜਾਂਦੀਆਂ ਨੇ। ਤੇ ਪਤਾ ਕਿਉਂ? ਵੀ ਉਹ ਨੇੜੇ ਨਹੀਂ ਹੁੰਦੇ, ਲੱਗਦੇ ਨੇੜੇ ਐ ਪਰ ਉਹ ਹੁੰਦੇ ਬਹੁਤ ਜ਼ਿਆਦਾ ਦੂਰ ਹੈ। ਅਜਿਹਾ ਕਿਉਂ ਹੁੰਦਾ ਹੈ? ਇਹ ਪ੍ਰਕਾਸ਼ ਦੇ ਅਪਵਰਤਨ ਕਰਕੇ ਹੁੰਦਾ ਹੈ। ਬੋਲੋ ਸਮਝ ਆਏ ਨਾ? ਚਲੋ ਇੱਕ ਗੱਲ ਹੋਰ ਸੁਣੋ, ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਇੰਟਰਸਟਿੰਗ ਗੱਲ ਸੁਣਾਉਣੀ ਆ। ਪਿਛਲੀ ਗਰਮੀ ਦੀਆਂ ਛੁੱਟੀਆਂ ਨਾ ਬੱਚੇ ਜਿਵੇਂ ਇਕੱਠੇ ਹੁੰਦੇ ਆ ਤਾਂ ਸਾਡੇ ਘਰ ਵੀ ਬੱਚੇ ਆਏ ਹੋਏ ਸੀਗੇ ਤੇ ਇੱਕ ਦੁਪਹਿਰ ਨੂੰ ਬੱਚੇ ਖੇਡ ਰਹੇ ਸੀਗੇ ਤੇ ਹੱਸ ਰਹੇ ਸੀ ਜ਼ੋਰ ਜ਼ੋਰ ਦੀ। ਮੈਂ ਚੋਰੀ ਗਈ ਤੇ ਮੈਂ ਕਿਹਾ ਮੈਂ ਵੀ ਦੇਖਾਂ ਵੀ ਇਹ ਕੀ ਕਰ ਰਹੇ ਨੇ, ਕਿਉਂ ਇੰਨਾ ਹੱਸ ਰਹੇ ਆ। ਦੇਖਿਆ ਤਾਂ ਉਹਨਾਂ 'ਚੋਂ ਨਾ ਇੱਕ ਬੱਚਾ ਜਾਦੂਗਰ ਬਣਿਆ ਹੋਇਆ ਸੀ ਤੇ ਜਾਦੂ ਦਾ ਖੇਡ ਦਿਖਾ ਰਿਹਾ ਸੀਗਾ। ਤੇ ਜਾਦੂ ਦਾ ਖੇਡ ਕਿਵੇਂ ਦਿਖਾ ਰਿਹਾ ਸੀ? ਉਹਨੇ ਨਾ ਪਾਣੀ ਦੇ ਇੱਕ ਅੱਧੇ ਭਰਿਆ ਗਲਾਸ ਲਿੱਤਾ ਤੇ ਉਹਦੇ ਵਿੱਚ ਰੱਖਤੀ ਪੈਨਸਲ ਤੇ ਬਾਕੀ ਸਾਰੇ ਬੱਚਿਆਂ ਨੂੰ ਕਹਿੰਦਾ ਦੇਖੋ ਵੀ ਪੈਨਸਲ ਮੁੜੀ ਹੋਈ ਹੈ। ਤੇ ਜਦੋਂ ਪੈਨਸਲ ਨੂੰ ਬਾਹਰ ਕੱਢੇ ਤਾਂ ਪੈਨਸਲ ਸਾਫ਼ ਤੀ। ਵਾਰੀ ਆਈ ਕਰੀ ਜਾਏ ਤੇ ਨਿਆਣੇ ਮਾਰੀ ਜਾਣ ਤਾੜੀਆਂ, ਹਨਾ। ਫਿਰ ਉਹ ਕਹਿੰਦਾ ਲਓ ਜੀ ਹੁਣ ਦੂਸਰਾ ਸ਼ੋਅ ਸ਼ੁਰੂ। ਫਿਰ ਉਹਨੇ ਕੀ ਕੀਤਾ ਵੀ ਗਲਾਸ ਦੇ ਵਿੱਚ ਨਿੰਬੂ ਪਾਤਾ। ਜਦੋਂ ਨਿੰਬੂ ਪਾਇਆ ਤਾਂ ਨਿੰਬੂ ਜਿਹੜੇ ਸੀ ਉਹ ਵੱਡੇ ਲੱਗਣ ਲੱਗ ਗਏ। ਇਵੇਂ ਜ਼ਿਕਰ ਉਹਦੀਆਂ ਉਂਗਲਾਂ, ਜਦੋਂ ਨੇ ਪਾਣੀ ਵਾਲੇ ਅੱਧੇ ਭਰੇ ਗਲਾਸ ਦੀਆਂ ਉਂਗਲਾਂ ਪਾਈਆਂ ਨਾ ਤਾਂ ਉਂਗਲਾਂ ਮੋਟੀਆਂ ਲੱਗਣ। ਜਦੋਂ ਬਾਹਰ ਕੱਢ ਲਵੇ ਤਾਂ ਉਹ ਠੀਕ ਲੱਗਣ। ਬੱਚੇ ਛੋਟੇ ਨਿਆਣੇ ਸੀਗੇ, ਉਹ ਸਾਰੇ ਖੁਸ਼ ਹੋ ਮਨ ਤਾੜੀਆਂ। ਤੇ ਮੈਂ ਵੀ ਉੱਥੇ ਚੋਰੀ ਖੜੀ ਉਹਨਾਂ ਦਾ ਸਾਰਾ ਕੁਝ ਦੇਖ ਰਹੀ ਸੀਗੀ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਜਾਦੂ ਤਾਂ ਵੀ ਤੁਹਾਡਾ ਬਹੁਤ ਵਧੀਆ ਹੈ ਤੇ ਪਰ ਇਸ ਖੇਡ ਨੂੰ ਆਪਾਂ ਇੱਕ ਨਾਮ ਵੀ ਦੇ ਦਿੰਦੇ ਆ। ਕਹਿੰਦੇ ਜੀ ਕੀ? ਮੈਂ ਕਿਹਾ ਆਪਾਂ ਇਸ ਖੇਡ ਦਾ ਨਾਮ ਹੈਗਾ, ਇਸ ਜਾਦੂ ਦਾ ਨਾਮ ਹੈਗਾ ਪ੍ਰਕਾਸ਼ ਦਾ ਅਪਵਰਤਨ, ਰਿਫਰੈਕਸ਼ਨ ਆਫ ਲਾਈਟ। ਤਾਂ ਬੱਚਿਓ ਹੋਰ ਵੀ ਬਹੁਤ ਸਾਰੀਆਂ ਰੋਜ਼ਾਨਾ ਜੀਵਨ ਦੇ ਵਿੱਚ ਉਦਾਹਰਨਾਂ ਨੇ। ਤੇ ਲਓ ਇੱਕ ਐਕਟੀਵਿਟੀ ਤੁਸੀਂ ਆਪ ਵੀ ਕਰ ਸਕਦੇ ਹੋ ਘਰੇ ਬੈਠੇ। ਹੁਣ ਕਰਨਾ ਕੀ ਹੈ ਵੀ ਮੋਟੇ ਜਿਹੇ ਗਲਾਸ ਦੀ ਜੇ ਸਲੈਬ ਹੈ ਨਾ ਘਰੇ ਕੋਈ, ਤਾਂ ਉਹਨੂੰ ਕਿਸੇ ਵੀ ਪ੍ਰਿੰਟਡ ਪੇਜ ਤੇ ਰੱਖ ਦਈਏ, ਹਨਾ। ਜਿਵੇਂ ਨਿਊਜ਼ਪੇਪਰ ਹੈ, ਕੁਝ ਹੋਰ ਹੈ, ਆਪਾਂ ਉਸ ਤੇ ਕਿਸੇ ਤੇ ਵੀ ਰੱਖ ਦਈਏ ਤੇ ਜਿਹੜੇ ਆਪਾਂ ਨੂੰ ਅੱਖਰ ਨੇ, ਲੈਟਰਸ ਨੇ, ਉਹ ਉੱਪਰ ਉੱਠੇ ਪ੍ਰਤੀਤ ਹੁੰਦੇ ਨੇ। ਠੀਕ ਹੈ, ਕਰਕੇ ਦੇਖਿਓ ਤੁਸੀਂ। ਹੁਣ ਵੇਖੋ ਕਿੰਨੀਆਂ ਉਦਾਹਰਨਾਂ ਤੁਹਾਨੂੰ ਦੱਸਦੀਆਂ, ਹਨਾ। ਪਹਿਲੀ ਤਾਂ ਇਹ ਦੱਸੀ when a thick glass slab is placed over a printed page, letters appear raised. Secondly, a coin in the glass filled with water appears to be raised. And thirdly, a pencil partially immersed in water appears displaced at the interface of air and water. ਹੁਣ ਸਾਰਿਆਂ ਨੂੰ ਸਮਝ ਆ ਗਿਆ ਹੋਣਾ ਵੀ ਅਪਵਰਤਨ ਯਾਨੀ ਕਿ ਰਿਫਰੈਕਸ਼ਨ ਆਫ ਲਾਈਟ ਕੀ ਹੈ। ਤਾਂ ਬੱਚਿਓ ਇੱਥੇ ਹੁਣ ਤੁਹਾਨੂੰ ਤੁਸੀਂ ਕਹੋਗੇ ਜੀ ਆਪਾਂ ਤਾਂ ਰੰਗ ਬਰੰਗੇ ਸੰਸਾਰ ਬਾਰੇ ਗੱਲ ਕਰ ਰਹੇ ਸੀਗੇ ਤੇ ਮੈਡਮ ਨੇ ਤਾਂ ਵਿੱਚ ਅਪਵਰਤਨ ਵਾਲੀ ਗੱਲ ਕਰ ਦਿੱਤੀ ਹੈ। ਤਾਂ ਇਹਦੇ ਵਿੱਚ ਵੀ ਇੱਕ ਰਾਜ਼ ਹੈ ਬੱਚਿਓ, ਉਹ ਇਹ ਹੈ ਵੀ ਇਹੋ ਹੀ ਅਪਵਰਤਨ ਹੈ ਜਿਹਦੇ ਕਰਕੇ ਸਾਨੂੰ ਸੂਰਜ ਅਸਲ ਵਿੱਚ ਚੜ੍ਹਨ ਤੋਂ ਲਗਭਗ 2 ਮਿੰਟ ਪਹਿਲਾਂ ਵਿਖਾਈ ਦਿੰਦਾ ਤੇ ਅਸਲ ਵਿੱਚ ਡੁੱਬਣ ਤੋਂ ਲਗਭਗ 2 ਮਿੰਟ ਪਿੱਛੋਂ ਵਿਖਾਈ ਦਿੰਦਾ। ਲੋ ਪਤਾ ਨਹੀਂ ਸੀ ਨਾ ਤੁਹਾਨੂੰ ਗੱਲ। ਦੇਖੋ ਹੁਣ ਅਪਵਰਤਨ ਦੀ ਗੱਲ ਦੱਸੀ ਤਾਂ ਤੁਹਾਨੂੰ ਇਹ ਵੀ ਗੱਲ ਪਤਾ ਲੱਗ ਗਈ। ਚਲੋ ਜੇ ਹੁਣ ਆਪਾਂ ਸੂਰਜ ਦੀ ਗੱਲ ਚਲਾਈ ਹੈ ਤਾਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਹਾਂ ਕਿ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਚੜ੍ਹਨ ਤੇ ਛਿਪਣ ਸਮੇਂ ਜਿਹੜਾ ਸੂਰਜ ਹੈਗਾ
ਉਹ ਲਾਲ ਰੰਗ ਦਾ ਕਿਉਂ ਦਿਖਾਈ ਦਿੰਦਾ ਹੈ? ਪਤਾ ਹੈ ਪਤਾ ਕਿਉਂ? ਦੇਖੋ ਸਵੇਰੇ ਤੇ ਸ਼ਾਮ ਜਿਹੜਾ ਸੂਰਜ ਹੈ ਨਾ ਉਹ ਸਨ ਇਜ਼ ਨੀਅਰ ਦਾ ਹੌਰੀਜ਼ਨ, ਖਤੀਜ ਦੇ ਨੇੜੇ ਹੁੰਦਾ ਹੈ। ਇਸ ਜਗ੍ਹਾ ਤੇ ਜਿਹੜਾ ਨੀਲਾ ਰੰਗ ਹੈ, ਇਹ ਜਿਹੜਾ ਨੀਲਾ ਰੰਗ ਹੈ ਇਹ ਘੱਟ ਤਰੰਗ ਲੰਬਾਈ ਵਾਲਾ ਹੁੰਦਾ ਹੈ ਤੇ ਬਹੁਤਾ ਭਾਗ ਜਿਹੜਾ ਹੈਗਾ ਕਣਾਂ ਦੁਆਰਾ ਖਿੰਡ ਜਾਂਦਾ ਹੈ ਤੇ ਸਾਡੀ ਅੱਖ ਤੱਕ ਬੇਟੇ ਜਿਹੜਾ ਪ੍ਰਕਾਸ਼ ਪਹੁੰਚਦਾ ਹੈਗਾ ਉਹ ਵੱਧ ਤਰੰਗ ਲੰਬਾਈ ਵਾਲਾ ਲਾਲ ਰੰਗ ਦਾ ਪ੍ਰਕਾਸ਼ ਹੁੰਦਾ ਹੈ ਤੇ ਇਸੇ ਕਾਰਨ ਜਿਹੜਾ ਸੂਰਜ ਹੈ ਉਹ ਚੜ੍ਹਨ ਤੇ ਛਿਪਣ ਵੇਲੇ ਲਾਲ ਦਿਖਾਈ ਦਿੰਦਾ ਹੈ। ਤਾਂ ਸਮਝੇ ਵੀ ਰੈਡ ਕਲਰਸ ਹੈਵਿੰਗ ਲਾਰਜੈਸਟ ਵੇਵਲੈਂਥ enters into our eyes and sun appear reddish at the time of sunrise and sunset। ਤੇ ਇੱਕ ਗੱਲ ਜੋ ਇਸੇ ਗੱਲ ਚੋਂ ਹੋਰ ਵੀ ਪਤਾ ਲੱਗਦੀ ਹੈ ਕਿ out of all the colors of visible light, red color has the largest wavelength। It can be seen from maximum distance। That is why ਖਤਰੇ ਦਾ ਸਿਗਨਲ ਲਾਲ ਰੰਗ ਦੇ ਹੁੰਦੇ ਨੇ। ਲੱਗ ਗਿਆ ਨਾ ਪਤਾ ਵੀ ਹੁਣ ਜਿਹੜੀ ਲਾਲ ਬੱਤੀ ਹੈ ਧੂਏ ਦੇ ਵਿੱਚ ਧੁੰਦ ਦੇ ਵਿੱਚ ਵੀ ਇਹ ਰੰਗ ਜਿਹੜਾ ਹੈਗਾ ਸਭ ਤੋਂ ਘੱਟ ਖਿੰਡਦਾ ਹੈ ਤੇ ਇਸੇ ਕਰਕੇ ਜਿਹੜੇ ਆਪਣੇ ਸਿਗਨਲ ਹੈਗੇ ਨੇ ਇਹ ਹੈਗੇ ਆ ਲਾਲ ਰੰਗ ਦੇ ਬਣਾਏ ਜਾਂਦੇ ਆ। ਤੇ ਬੱਚੇ ਚਲੋ ਹੁਣ ਇਸ ਗੱਲ ਨੂੰ ਨਾ ਮੈਂ ਤੁਹਾਨੂੰ ਕਵਿਤਾ ਰੂਪ ਚ ਵੀ ਸੁਣਾ ਦਿੰਦੀ ਆ। ਕਹਿੰਦੇ ਲਾਲ ਰੰਗ ਘੱਟ ਖਿੰਡਣ ਦਾ ਗੁਣ ਪਾਇਆ, ਵੱਧ ਤਰੰਗ ਲੰਬਾਈਆਂ ਨਾਲ ਸੰਜਾਇਆ, ਧੁੰਦ ਤੇ ਧੂਏ ਦੀ ਨਾ ਕਰੇ ਪਰਵਾਹ, ਖਤਰੇ ਵਿੱਚ ਲਾਲ ਸਿਗਨਲ ਦਿਖਾ, ਸੂਰਜ ਨੂੰ ਵੀ ਇਹੋ ਰੰਗ ਹੈ ਭਾਵੇ, ਸਵੇਰੇ ਸ਼ਾਮ ਲਾਲ ਰੰਗਾ ਹੋ ਜਾਏ, ਖਤਿਜ ਵਿੱਚ ਸੂਰਜ ਜੋ ਡੇਰਾ ਲਾਇਆ, ਘੱਟ ਤਰੰਗੀ ਨੀਲਾ ਬਹੁਤ ਠੰਡਾਇਆ, ਖਿੰਡਣ ਵਿੱਚ ਪ੍ਰਬਲਤਾ ਨੀਲਾ ਦਿਖਾਏ, ਆਕਾਸ਼ ਨੂੰ ਵੀ ਨੀਲੇ ਰੰਗ ਨਾਲ ਸੰਜਾਏ, ਤਰੰਗ ਲੰਬਾਈਆਂ ਜੇ ਦੋਹਾਂ ਦੀਆਂ ਬਣਵਾਓ, 1.8 ਗੁਣਾ ਵੱਧ ਲਾਲ ਦੀਆਂ ਪਾਓ, ਪ੍ਰਕਾਸ਼ ਆਪਣਾ ਕਮਾਲ ਦਿਖਾਏ, ਹੈਰਾਨੀ ਜਨਕ ਕਰਾਮਾਤਾਂ ਕਰਾਏ, ਗੁਣਾ ਨਾਲ ਬੱਚਿਓ ਆਪਣੇ ਪ੍ਰਕਾਸ਼ ਫੈਲਾਓ, ਆਪਣੇ ਹੀ ਰੰਗ ਵਿੱਚ ਦੁਨੀਆ ਰੰਗਾਓ। ਜੇ ਪੇਪਰ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇੱਕ ਕੁਐਸਚਨ ਆਵਾ ਹੁੰਦਾ ਹੈ ਵੀ ਪੁਲਾੜ ਯਾਤਰੀਆਂ ਨੂੰ ਆਕਾਸ਼ ਨੀਲੇ ਦੀ ਥਾਂ ਤੇ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ? ਤਾਂ ਕਾਰਨ ਇਹਦਾ ਇਹ ਹੈ ਵੀ ਵਾਯੂਮੰਡਲੀ ਅਣਹੋਂਦ ਕਾਰਨ ਬਹੁਤ ਜ਼ਿਆਦਾ ਉਚਾਈ ਤੇ ਜਿੱਥੇ ਪੁਲਾੜ ਯਾਤਰੀ ਹੁੰਦੇ ਨੇ there is no atmosphere, ਜਿਸ ਕਾਰਨ ਪ੍ਰਕਾਸ਼ ਦਾ ਕੋਈ ਖਿੰਡਣ ਨਹੀਂ ਹੁੰਦਾ। ਇਹੋ ਕਾਰਨ ਹੈ ਵੀ ਜਿਹੜਾ ਪੁਲਾੜ ਯਾਤਰੀ ਹੈਗੇ ਆ ਉਹਨਾਂ ਨੂੰ ਆਕਾਸ਼ ਜਿਹੜਾ ਹੈਗਾ appears dark instead of blue। ਤਾਂ ਉੱਥੇ ਵਾਯੂਮੰਡਲੀ ਦੀ ਅਣਹੋਂਦ ਹੈਗੀ ਹੈ, ਪ੍ਰਕਾਸ਼ ਦਾ ਖਿੰਡਣ ਹੀ ਨਹੀਂ ਹੋਏਗਾ। ਜਦੋਂ ਪ੍ਰਕਾਸ਼ ਖਿੰਡੇਗਾ ਹੀ ਨਹੀਂ ਤਾਂ ਇਸ ਕਰਕੇ ਫਿਰ ਉਹਨਾਂ ਨੂੰ ਸਾਰਾ ਕੁਝ ਕਾਲਾ ਕਾਲਾ ਨਜ਼ਰ ਆਉਂਦਾ। ਤੇ ਹੁਣ ਤੁਸੀਂ ਸੋਚ ਰਹੇ ਹੋਣੇ ਹੋ ਵੀ ਸਾਨੂੰ ਤਾਂ ਆਕਾਸ਼ ਨੀਲਾ ਦਿਸਦਾ। ਤਾਂ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਨੀਲੇ ਰੰਗ ਦੀ ਤਰੰਗ ਲੰਬਾਈ ਘੱਟ ਹੋਣ ਕਰਕੇ ਪ੍ਰਕਾਸ਼ ਦਾ ਖਿੰਡਾਓ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਜਦੋਂ ਜਿਹੜੀ ਚੀਜ਼ ਜ਼ਿਆਦਾ ਖਿੰਡ ਗਈ ਤਾਂ ਫਿਰ ਸਾਨੂੰ ਉਹੀ ਰੰਗ ਦਿਖਾਈ ਦੇਗਾ, ਨੀਲਾ ਰੰਗ ਜ਼ਿਆਦਾ ਖਿੰਡ ਗਿਆ ਜਿਹਦੇ ਕਰਕੇ ਆਕਾਸ਼ ਜਿਹੜਾ ਹੈਗਾ ਸਾਨੂੰ ਸਾਰਾ ਨੀਲਾ ਨੀਲਾ ਦਿਖਾਈ ਦੇਗਾ। ਤੇ ਗੱਲਾਂ ਤਾਂ ਆਪਾਂ ਬਹੁਤ ਕੀਤੀਆਂ ਤੇ ਜੇ ਹੁਣ ਆਪਾਂ ਆਕਾਸ਼ ਤੇ ਪਹੁੰਚੇ ਆ ਤਾਂ ਫਿਰ ਤਾਰਿਆਂ ਦੀ ਗੱਲ ਵੀ ਕਰਨੀ ਬਣਦੀ ਹੈ। ਕਹਿੰਦੇ ਆ ਨਾ ਟਿਮ ਟਿਮ ਕਰਦੇ ਤਾਰੇ ਲੱਗਦੇ ਬੜੇ ਪਿਆਰੇ। ਤਾਂ ਹੁਣ ਇਹ ਤਾਰੇ ਟਿਮ ਟਿਮ ਕਿਉਂ ਕਰਦੇ ਆ ਬਈ, ਕਿਉਂ ਲੱਗਦੇ ਆ ਵੀ ਟਿਮ ਟਿਮ ਕਰ ਰਹੇ ਆ? ਉਹ ਇਸ ਲਈ ਕਿ ਸਟਾਰ ਲਾਈਟ ਰੀਚਿੰਗ ਆਵਰ ਆਈਜ਼ ਇਨਕਰੀਜ਼ ਐਂਡ ਡਿਕਰੀਜ਼ ਕੰਟੀਨਿਊਸਲੀ ਡਿਊ ਟੂ ਐਟਮੋਸਫੇਰਿਕ ਰਿਫਰੈਕਸ਼ਨ। ਇੱਥੇ ਫੇਰ ਆ ਗਿਆ ਆਪਣਾ ਵਾਯੂਮੰਡਲੀ ਅਪਵਰਤਨ। ਤਾਂ ਬੱਚੋ ਇਹ ਵਰਤਾਰਾ ਵੀ ਵਾਯੂਮੰਡਲੀ ਅਪਵਰਤਨ ਕਰਕੇ ਹੀ ਹੁੰਦਾ ਹੈ। when starlight reaching our eyes increase they look bright and when light reaching our eyes decrease the star looks dim। ਤਾਂ ਗੱਲ ਇਹ ਹੈ ਵੀ ਜਦੋਂ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਤੇ ਧਰਤੀ ਦੀ ਸਤ੍ਹਾ ਤੇ ਪਹੁੰਚਣ ਤੱਕ ਜਿਹੜੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਹੈ ਨਾ ਉਹ ਲਗਾਤਾਰ ਜਿਹੜਾ ਤਾਰਿਆਂ ਦਾ ਪ੍ਰਕਾਸ਼ ਉਹਦਾ ਲਗਾਤਾਰ ਅਪਵਰਤਨ ਹੁੰਦਾ ਹੈ ਤੇ ਤਾਰਿਆਂ ਦੀ ਆਭਾਸੀ ਸਥਿਤੀ ਹੈ ਉਹ ਬਦਲਦੀ ਰਹਿੰਦੀ ਹੈ ਤੇ ਪ੍ਰਵੇਸ਼ ਕਰਨ ਵਾਲੇ ਤਾਰੇ ਦੇ ਪ੍ਰਕਾਸ਼ ਦੀ ਮਾਤਰਾ ਜਿਹੜੀ ਹੈਗੀ ਹੈ ਉਹ ਝਿਲ ਮਿਲਾਉਂਦੀ ਹੈ। ਤਾਂ ਬੱਚਿਓ ਇੱਥੇ ਇੱਕ ਕੁਐਸਚਨ ਹੋਰ ਵੀ ਬਣਦਾ ਹੈ ਕਿ ਵੀ ਜਿਹੜੇ ਗ੍ਰਹਿ ਹੈ ਉਹ ਕਿਉਂ ਨਹੀਂ ਟਿਮਟਮਾਉਂਦੇ, ਉਹ ਸਾਨੂੰ ਟਿਮਟਮਾਉਂਦੇ ਕਿਉਂ ਨਹੀਂ ਨਜ਼ਰ ਆਉਂਦੇ? ਤਾਂ ਲੋ ਇਸ ਦਾ ਸਵਾਲ ਦਾ ਜਵਾਬ ਵੀ ਇੱਥੇ ਇਹੋ ਜੁੜਿਆ ਵੀ ਜਿਹੜੇ ਗ੍ਰਹਿ ਹੈ ਨਾ ਇਹ ਤਾਰਿਆਂ ਦੇ ਮੁਕਾਬਲੇ ਬਹੁਤ ਨੇੜੇ ਹੁੰਦੇ ਨੇ ਤੇ ਇਹਨਾਂ ਗ੍ਰਹਿਾਂ ਨੂੰ ਪ੍ਰਕਾਸ਼ ਦਾ ਵਿਸਤ੍ਰਿਤ ਸਰੋਤ ਮੰਨਿਆ ਜਾਂਦਾ ਹੈ। ਭਾਵ ਗ੍ਰਹਿ ਦੇ ਵਿੱਚ ਅਨੇਕਾਂ ਬਿੰਦੂਕਾਰ ਦੇ ਪ੍ਰਕਾਸ਼ ਸਰੋਤਾਂ ਦਾ ਸਮੂਹ ਹੁੰਦਾ ਹੈ। ਜੇ ਆਪਾਂ ਇਹਨੂੰ ਸਮੂਹ ਮੰਨੀਏ ਤਾਂ ਇਹਨਾਂ ਤੋਂ ਸਾਡੇ ਨੇਤਰ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਦਾ ਕੁੱਲ ਜਿਹੜਾ ਪਰਿਵਰਤਨ ਹੈ ਉਹਦਾ ਔਸਤ ਮਾਨ 0 ਹੋਏਗਾ।
समझ गए ना? The planets appear bigger than stars and they are closer to Earth. A planet can be considered to be made up of number of point sources of light due to atmospheric refraction. When some of the point sources looks bigger then others appears dimmer. ਤਾਂ ਸਮਝ ਗਏ ਹੋ ਨਾ ਹੁਣ ਤੁਸੀਂ ਗੱਲ ਵੀ ਸਾਰੀ ਜਿਹੜੀ ਖੇਡ ਹੈ ਕੁਦਰਤ ਦੀ, ਇਹ ਇੰਨੀਆਂ ਸਾਰੇ ਆਪਾਂ ਨਜ਼ਾਰੇ ਜਿਹੜੇ ਸਾਰੇ ਦੇਖੇ ਨੇ ਤੇ ਆਪਾਂ ਜਿਨ੍ਹਾਂ ਬਾਰੇ ਗੱਲਬਾਤ ਕੀਤੀ ਹੈ, ਤਾਂ ਇਹ ਜਿਹੜੇ ਸਾਰੇ ਹੈਗੇ ਨੇ ਪ੍ਰਕਾਸ਼ ਦੇ ਪਰਿਵਰਤਨ ਤੇ ਨਿਰਭਰ ਕਰਦੇ ਨੇ। ਤਾਂ ਦੇਖੋ ਹੁਣ ਵਿਗਿਆਨ ਕਿੰਨੇ ਰੰਗ, ਵਿਗਿਆਨ ਨੇ ਤੁਹਾਨੂੰ ਕਿੰਨੇ ਰੰਗ ਦਿਖਾ ਦਿੱਤੇ ਹੈ, ਹਨਾ? ਠੀਕ। ਤਾਂ ਬੱਚਿਓ ਹੁਣ ਵਕਤ ਹੈ ਦੁਹਰਾਈ ਦਾ। ਤੋ ਆਪਾਂ ਅੱਜ ਕੀ ਕੁਝ ਸਿੱਖਿਆ, ਤਾਂ ਇਹਦੇ ਲਈ ਐਵੇਂ ਕਰਦੇ ਆ ਵੀ ਮੈਂ ਤੁਹਾਨੂੰ ਜਿਹੜੇ ਸ਼ਾਰਟ ਕੁਐਸਚਨਸ ਹੈ ਨਾ 1 ਅੰਕ ਵਾਲੇ, ਉਹ ਦੱਸ ਦਿੰਦੀ ਆ ਤੇ ਤੁਸੀਂ ਉਹ ਪ੍ਰਸ਼ਨਾਂ ਨੂੰ ਲਿਖੋ ਤੇ ਫਿਰ ਉਹਦੇ ਉੱਤਰ ਵੀ ਤੁਸੀਂ ਆਪ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਜੇ ਪਾਠ ਤੁਸੀਂ ਧਿਆਨ ਨਾਲ ਸੁਣਿਆ ਹੋਊਗਾ ਤਾਂ ਤੁਹਾਨੂੰ ਜ਼ਰੂਰ ਇਹਨਾਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈਗੇ ਆ ਉਹ ਆਉਂਦੇ ਹੋਣਗੇ। ਤਾਂ ਲਓ ਫਿਰ ਕਾਪੀ ਪੈਨ ਕਰੋ ਤਿਆਰ। ਹਾਂਜੀ, ਪਹਿਲਾ ਪ੍ਰਸ਼ਨ ਹੈ ਵੀ ਅੱਖ ਦੇ ਵਿੱਚ ਜਿਹੜਾ ਪ੍ਰਤੀਬਿੰਬ ਹੈ ਉਹ ਕਿਸ ਜਗ੍ਹਾ ਤੇ ਬਣਦਾ ਹੈ। ਅਗਲਾ ਕੁਐਸਚਨ, ਅੱਖ ਦੀ ਅਨੁਕੂਲਨ ਸਮਰੱਥਾ ਤੋਂ ਕੀ ਭਾਵ ਹੈ। ਅਗਲਾ ਕੁਐਸਚਨ ਬੇਟੇ, ਆਇਰਸ ਦਾ ਕੀ ਕੰਮ ਹੈ। ਨੈਕਸਟ ਕੁਐਸਚਨ ਵੀ ਜਿਹੜਾ ਤੰਦਰੁਸਤ ਮਨੁੱਖ ਹੈ ਉਹਦੀ ਅੱਖ ਦੇ ਨਿਕਟ ਬਿੰਦੂ ਜਿਹੜਾ ਹੈਗਾ, ਨਿਕਟ ਬਿੰਦੂ ਉਹ ਕਿੰਨਾ ਹੈ। ਤੇ ਉਸ ਤੋਂ ਅੱਗੇ ਵੀ ਉਸੇ ਤੰਦਰੁਸਤ ਜਿਹੜਾ ਵਿਅਕਤੀ ਹੈਗੀ ਹੈ ਉਸ ਦੀ ਅੱਖ ਦਾ ਦੂਰ ਬਿੰਦੂ ਜਿਹੜਾ ਹੈਗਾ ਉਹ ਕਿੱਥੇ ਹੋ ਸਕਦਾ ਹੈ। ਨੈਕਸਟ ਕੁਐਸਚਨ, ਨਿਕਟ ਦ੍ਰਿਸ਼ਟੀ ਦੋਸ਼ ਦੇ ਵਿੱਚ ਜਿਹੜਾ ਪ੍ਰਤੀਬਿੰਬ ਹੈਗਾ ਉਹ ਕਿੱਥੇ ਬਣਦਾ ਹੈ ਤੇ ਇਹਨੂੰ ਨਿਕਟ ਦ੍ਰਿਸ਼ਟੀ ਦੋਸ਼ ਕਿਉਂ ਕਹਿੰਦੇ ਨੇ। ਨੈਕਸਟ ਹੈ ਕਿ ਨਿਕਟ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰਨ ਲਈ ਕਿਸ ਪ੍ਰਕਾਰ ਦੇ ਲੈਂਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ, ਦੂਰ ਦ੍ਰਿਸ਼ਟੀ ਦੋਸ਼ ਪ੍ਰਤੀਬਿੰਬ ਕਿੱਥੇ ਬਣਦਾ ਹੈ ਤੇ ਇਸ ਨੂੰ ਕਿਸ ਪ੍ਰਕਾਰ ਦੇ ਲੈਂਸ ਨਾਲ ਠੀਕ ਕੀਤਾ ਜਾ ਸਕਦਾ ਹੈ। ਤੇ ਬੱਚਿਓ ਇਹਦੇ ਨਾਲ ਤੁਹਾਨੂੰ ਹੋਰ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ ਵੀ ਇਹ ਜਿਹੜਾ ਨਿਕਟ ਦ੍ਰਿਸ਼ਟੀ ਦੋਸ਼ ਹੈ ਤੇ ਜਿਹੜਾ ਇਹ ਦੂਰ ਦ੍ਰਿਸ਼ਟੀ ਦੋਸ਼ ਹੈ ਇਹਨਾਂ ਦੇ ਹੋਣ ਦੇ ਕਾਰਨ ਪੁੱਛੇ ਜਾ ਸਕਦੇ ਨੇ। ਇਹ ਵੀ ਤੁਹਾਡੇ ਸ਼ਾਰਟ ਕੁਐਸਚਨਸ ਦੇ ਵਿੱਚ ਹੀ ਆ ਜਾਊਗਾ ਵੀ ਇਹਨਾਂ ਦੇ ਕਿਸ ਤਰ੍ਹਾਂ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਅੱਗੇ ਬੇਟੇ ਵੀ ਉਹ ਕਿਹੜਾ ਰੰਗ ਹੈ ਜਿਹਦੀ ਤਰੰਗ ਲੰਬਾਈ ਬਹੁਤ ਜ਼ਿਆਦਾ ਹੈ ਤੇ ਉਹ ਕਿਹੜਾ ਰੰਗ ਹੈ ਜਿਹਦੀ ਤਰੰਗ ਲੰਬਾਈ ਘੱਟ ਹੈ। ਤੇ ਅੱਗੇ ਹੈ ਕਿ ਸੂਰਜ ਅਸਲ ਵਿੱਚ ਚੜ੍ਹਨ ਤੇ ਛਿਪਣ ਦੇ ਕਿੰਨੇ ਮਿੰਟ ਪਹਿਲਾਂ ਤੇ ਕਿੰਨੇ ਮਿੰਟ ਪਿੱਛੋਂ ਵਿਖਾਈ ਦਿੰਦਾ ਹੈ। ਤੇ ਨੈਕਸਟ ਹੈ ਵੀ ਜਿਹੜੀ ਸਤਰੰਗੀ ਪਿੰਗ ਸੀ ਤੇ ਉਹਦੇ ਵਿੱਚ ਅਸੀਂ ਕਿੰਨੇ ਪ੍ਰਕਾਰ ਦੇ ਰੰਗ ਦੇਖਦੇ ਹਾਂ ਤੇ ਅਸੀਂ ਉਹਨਾਂ ਰੰਗਾਂ ਨੂੰ ਜਿਹੜਾ ਹੈਗਾ ਉਹ ਕ੍ਰਮਵਾਰ ਲਿਖਣਾ ਹੈ। ਅੱਗੇ ਤਾਰੇ ਜਿਹੜੇ ਹੈ ਉਹ ਕਿਉਂ ਟਿਮਟਮਾਉਂਦੇ ਨੇ, ਆਕਾਸ਼ ਦਾ ਰੰਗ ਨੀਲਾ ਕਿਉਂ ਵਿਖਾਈ ਦਿੰਦਾ ਹੈ, ਔਰ ਜਿਹੜਾ ਪੁਲਾੜ ਯਾਤਰੀ ਹੈਗੇ ਨੇ ਜਿਹੜੇ ਪੁਲਾੜ 'ਚ ਗਏ ਹੁੰਦੇ ਨੇ ਉਹਨਾਂ ਨੂੰ ਆਕਾਸ਼ ਜਿਹੜਾ ਹੈਗਾ ਉਹ ਨੀਲੇ ਦੀ ਜਗ੍ਹਾ ਤੇ ਕਾਲਾ ਕਿਉਂ ਨਜ਼ਰ ਆਉਂਦਾ ਹੈ। ਠੀਕ ਹੈ। ਔਰ ਬੱਚਿਓ ਨਾਲ ਤੁਹਾਨੂੰ ਇਹ ਵੀ ਦੱਸਦਾ ਵੀ ਇਹਦੇ ਵਿੱਚ ਤੁਹਾਨੂੰ ਮਨੁੱਖੀ ਅੱਖ ਦੀ ਬਣਤਰ ਬਾਰੇ ਜਿਹੜਾ ਹੈਗਾ ਵੱਡਾ ਸਵਾਲ ਆ ਸਕਦਾ ਹੈ। ਤਾਂ ਬੱਚਿਓ ਆਸ ਕਰਦੀ ਹਾਂ ਤੁਹਾਨੂੰ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਹੈ। ਤਾਂ ਜੀਵਨ ਵਿੱਚ ਬੱਚਿਓ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਓ ਤੇ ਅੱਗੇ ਵੱਧਦੇ ਜਾਓ। ਤੇ ਹੁਣ ਮੈਨੂੰ ਦੇਵੋ ਇਜਾਜ਼ਤ। ਸਿਹਤ ਦਾ ਰੱਖਣਾ ਖਿਆਲ, ਹੱਥ ਧੋਵੋ ਬੱਚਿਓ ਬਾਰ-ਬਾਰ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਕੋਰੋਨਾ ਵਾਇਰਸ ਤੋਂ ਜੀ ਬਚਣਾ। ਧੰਨਵਾਦ। ਰੇਡੀਓ ਕਲਾਸਰੂਮ। ਰੇਡੀਓ ਕਲਾਸ ਪ੍ਰੋਗਰਾਮ ਵਿੱਚ ਹੁਣੇ 10ਵੀਂ ਕਲਾਸ ਦੇ ਵਿਦਿਆਰਥੀ ਸਾਇੰਸ ਵਿਸ਼ੇ ਦੇ ਪਾਠ ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ ਇਸ ਪਾਠ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ। ਜਾਣਕਾਰੀ ਦੇ ਰਹੇ ਸਨ ਅਧਿਆਪਕਾ ਡਾਕਟਰ ਸੋਨੀਆ ਚਾਹਲ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ FM ਬੈਂਡ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ। ਇਸ ਵੇਲੇ ਬਾਅਦ ਦੁਪਹਿਰ ਦੇ 2:30 ਵੱਜ ਰਹੇ ਨੇ। ਬਸ